ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ
ਸ੍ਰੀ ਸਤਿਗੁਰ ਉਪਕਾਰ ਹਿਤ ਤੀਰਥ ਰਜਿਉ ਵਿਸਾਰ ਕਰੇ ਟਹਿਲ ਜਿਨ ਪ੍ਰੇਮ ਧਾਰ ਸੇ ਸਭ ਕਰੇ ਨਿਹਾਲ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲੋ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸ੍ਰੀ ਸਤਿਗੁਰ ਉਪਕਾਰ ਹਿਤ ਤੀਰਥ ਰਚਿਉ ਵਿਸਾਰ ਕਰੇ ਟਹਿਲ ਜਨ ਪ੍ਰੇਮ ਧਾਰ ਸੇ ਸਭ ਕਰੇ ਨਿਹਾਲ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਸ਼ੁਰੂ ਕਰਦੇ ਲਿਖਦੇ ਨੇ ਕਿ ਜਿਵੇਂ ਪਿਛਲੇ ਅਧਿਆਇ ਦੇ ਅੰਦਰ ਕਾਬਲ ਦੇ ਰਹਿਣ ਵਾਲੀ ਉਸ ਪਤਿਵ੍ਰਤਾ ਮਾਈ ਦੀ ਸਾਖੀ ਆਪ ਜੀ ਨੇ ਸਰਵਣ ਕੀਤੀ ਕਿ ਸੇਵਾ ਤੋਂ ਵਿੱਚੋਂ ਕਿੰਨੀਆਂ ਬਖਸ਼ਿਸ਼ਾਂ ਮਿਲੀਆਂ। ਅਗਲਾ ਅਧਿਆਇ ਨੰਬਰ 56 ਸ਼ੁਰੂ ਕਰਦੇ ਹਾਂ। ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਗੁਰੂ ਸਾਹਿਬ ਜੀ ਨੇ ਮਨੁੱਖਤਾ ਦੇ ਪਰਉਪਕਾਰ ਦੇ ਵਾਸਤੇ, ਭਲੇ ਦੇ ਵਾਸਤੇ ਇਹ ਸੋਹਣਾ ਤੀਰਥ ਦੀ ਰਚਨਾ ਕੀਤੀ, ਬੌਲੀ ਬਣਾਈ। ਔਰ ਇਸ ਬੌਲੀ ਸਾਹਿਬ ਦੀ ਜਿਨ੍ਹਾਂ ਨੇ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਸੇਵਾ ਕੀਤੀ, ਗੁਰੂ ਸਾਹਿਬ ਜੀ ਨੂੰ ਉਹਨਾਂ ਸਭ ਨੂੰ ਨਿਹਾਲ ਕੀਤਾ ਹੈ। ਚਉਪਈ ਸਤਿਗੁਰ ਪੌਰ ਮੁਕਤ ਕੋ ਦੁਆਰਾ ਧਾਰ ਪ੍ਰਤੀਤ ਇਮਠਾਨਤ ਕਾਰਾ। ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਦੀ ਇਹ ਨਗਰੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮੁਕਤੀ ਦਾ ਦੁਆਰਾ ਹੈ ਤੇ ਜਿਹੜੇ ਪ੍ਰਤੀਤ ਕਰਕੇ ਇਸ ਦੁਆਰ ਦੇ ਵਿੱਚ ਆਉਂਦੇ ਨੇ, ਕਾਰ ਸੇਵਾ ਕਰਦੇ ਸਨ। ਰਾਖਿਓ ਖੋਲ ਮੁਕਤ ਪੰਡਾਰੂ ਜਿਉਂ ਜਿਉਂ ਬਖਸ਼ਤ ਹੋਤ ਉਧਾਰੂ। ਅਸਲ ਵਿੱਚ ਇਕੱਲੀ ਕਾਰ ਸੇਵਾ ਨਹੀਂ, ਬੌਲੀ ਸਾਹਿਬ ਦੇ ਵਿੱਚੋਂ ਨਿਕਲਣ ਵਾਲੀ ਇਕੱਲੀ ਮਿੱਟੀ ਨਹੀਂ, ਇਹ ਤਾਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ਾਂ ਦੇ ਭੰਡਾਰ ਖੋਲ੍ਹੇ ਸਨ ਕਿ ਜਿੰਨੇ ਭਾਗ ਨੇ, ਜਿਵੇਂ ਦੀ ਭਾਵਨਾ ਹੈ, ਇਹ ਬਖਸ਼ਿਸ਼ਾਂ ਦੇ ਭੰਡਾਰਿਆਂ ਦੇ ਵਿੱਚੋਂ ਜਿੰਨੇ ਮਰਜ਼ੀ ਕੋ ਭਰ ਕੇ ਲੈ ਜਾਏ। ਜਾਚਕ ਸਿੱਖ ਅਨੇਕ ਜਿਆਵਤ ਮਨੋ ਕਾਮਨਾ ਤਤ ਛਿਨ ਪਾਵਤ। ਔਰ ਇੱਥੇ ਸੇਵਾ ਕਰਨ ਆਏ ਸਿੱਖ ਜਿਵੇਂ ਵੀ ਤਰ੍ਹਾਂ ਦੀ ਕੋਈ ਜਾਚਨਾ ਕਰਨ ਆਉਂਦੇ ਸਨ, ਮੰਗਣ ਵਾਲੇ ਜਾਚਨਾ ਦਾ ਭਾਵ ਮੰਗ ਲੈ ਕੇ ਆਉਂਦੇ ਸਨ। ਗੁਰੂ ਸਾਹਿਬ ਜੀ ਉਹਨਾਂ ਦੀਆਂ ਮਨੋਕਾਮਨਾ ਵੀ ਪੂਰੀਆਂ ਕਰਦੇ ਸਨ। ਜਿਨ ਕੇ ਬੜੇ ਭਾਗ ਜਗ ਜਾਗੇ ਸੋ ਗੁਰਸਰ ਤਰਵਰ ਅਨੁਰਾਗੇ। ਤੇ ਜਿਨ੍ਹਾਂ ਦੇ ਸੰਸਾਰ ਵਿੱਚ ਵੱਡੇ ਭਾਗ ਜਾਗ ਪਏ, ਉਹ ਸਤਿਗੁਰੂ ਜੀ ਦੇ ਇਸ ਕਲਪ ਰੂਪੀ ਰੁੱਖ ਦੇ ਥੱਲੇ ਆ ਕੇ, ਇਸ ਗੋਬਿੰਦਵਾਲ ਸਾਹਿਬ ਦੇ ਵਿੱਚ ਆ ਕੇ ਉਹਨਾਂ ਨੂੰ ਪ੍ਰੇਮ ਕਰਦੇ ਨੇ। ਕੋਸ ਅਤੋਟ ਦੇਤ ਨਿਤ ਰਹਿ ਦੋਨੋਂ ਹੱਥਨ ਬੰਟਤੇ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਭੰਡਾਰ ਕੇਵਲ ਭਰੇ ਨਹੀਂ ਬਖਸ਼ਾਉਂਦੇ, ਉਹ ਨਿੱਤ ਭੰਡਾਰ ਦੇ ਵਿੱਚੋਂ ਵੰਡਦੇ ਨੇ ਤੇ ਦੋਵਾਂ ਹੱਥਾਂ ਦੇ ਨਾਲ ਦਾਤਾ ਦਿੰਦੇ ਨੇ। ਕੱਲਾ ਗਿਆਨ ਹੀ ਨਹੀਂ ਵੰਡਦੇ, ਦੋਵਾਂ ਹੱਥਾਂ ਦੇ ਨਾਲ ਗੁਰੂ ਘਰ ਦੇ ਵਿੱਚ ਜਿੰਨਾ ਰੁਪਈਆ ਪੈਸਾ ਹੁੰਦਾ ਸ਼ਾਮ ਤੱਕ ਉਹ ਦੌਲਤ ਵੀ ਵੰਡਦੇ ਨੇ।
जगत बिदत अजबंत के दाता, भुगत मुगत के जिन्हों पछाता। सारे संसार ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਗਟ ਹੋਏ ਕਿ ਜਿਨ੍ਹਾਂ ਨੂੰ ਲੋਕਾਂ ਨੇ ਇਸ ਗੱਲ ਦੇ ਨਾਲ ਪਛਾਣ ਲਿਆ ਕਿ ਧੰਨ ਗੁਰੂ ਅਮਰਦਾਸ ਜੀ ਮੁਕਤੀ ਦੇ ਵੀ ਦਾਤੇ ਨੇ, ਉਹ ਭੁਗਤੀ ਦੇ ਵੀ ਦਾਤੇ ਨੇ। ਅਦਕ ਕਿਰਪਾਲ ਨਾ ਦੁੱਖ ਦਿਖ ਸਕਈ, ਸੰਸੈ ਨਾਸੈ ਜਿਸ ਦਿਸ ਤਕਹੀਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਹੁਤ ਹੀ ਕਿਰਪਾਲੂ ਨੇ ਔਰ ਇੰਨੀ ਦਇਆ ਦੇ ਵਿੱਚ ਰਹਿੰਦੇ ਨੇ ਕਿ ਕਿਸੇ ਦਾ ਦੁੱਖ, ਕਿਸੇ ਦੀ ਤਕਲੀਫ ਵੇਖ ਨਹੀਂ ਸਕਦੇ। ਜਿੰਦੇ ਵੇਲੇ ਗੁਰੂ ਸਾਹਿਬ ਜੀ ਕਿਰਪਾ ਦੀ ਦ੍ਰਿਸ਼ਟੀ ਨਾਲ ਵੇਖਦੇ ਨੇ, ਉਹਨਾਂ ਦੇ ਸਾਰੇ ਦੁੱਖ ਦੂਰ ਹੁੰਦੇ ਨੇ। ਔਰ ਪਿੱਛੇ ਭਾਈ ਮਾਣਕ ਚੰਦ ਵਾਲਾ ਪ੍ਰਸੰਗ ਆਪਾਂ ਸੁਣਿਆ ਵੀ ਹੈ ਕਿ ਬੌਲੀ ਦੇ ਵਿੱਚ ਡੁੱਬਦਾ, ਲੋਕ ਕਹਿੰਦੇ ਡੁੱਬ ਗਿਆ, ਪਰ ਧੰਨ ਗੁਰੂ ਅਮਰਦਾਸ ਜੀ ਉੱਥੇ ਕਿਰਪਾ ਕਰਦੇ ਨੇ, ਮਾਣਕ ਡੁੱਬਦੇ ਨਹੀਂ ਹੁੰਦੇ ਭਾਈ, ਮਾਣਕ ਤਰਦੇ ਹੁੰਦੇ ਨੇ। ਭਾਵੇਂ ਸਵਾਸ ਰੁਕ ਗਏ ਸਨ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਫਿਰ ਮਾਣਕ ਚੰਦ ਨੂੰ ਗੁਰੂ ਸਾਹਿਬ ਨੇ ਸਵਾਸ ਵੀ ਬਖਸ਼ੀ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਿਸੇ ਦਾ ਦੁੱਖ ਵੇਖ ਨਹੀਂ ਸਕਦੇ। ਕੌਣ ਕੌਣ ਗੁਣ ਵਰਣਨ ਕਰੂੰ, ਸੋ ਜਸ ਵਿਸਾਲ ਬੁੱਧ ਲਗ ਧਰੂੰ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰੂ ਸਾਹਿਬ ਜੀ ਦੇ ਵਿੱਚ ਇੰਨੇ ਗੁਣ ਨੇ ਕਿ ਮੈਂ ਉਹਨਾਂ ਦੇ ਕਿਹੜੇ ਕਿਹੜੇ ਗੁਣ ਵਰਣਨ ਕਰਾਂ ਕਿ ਮੇਰੀ ਮੱਤ, ਮੇਰੀ ਬੁੱਧ ਛੋਟੀ ਹੈ, ਥੋੜ੍ਹੀ ਹੈ। ਉਹਨਾਂ ਦੇ ਗੁਣਾਂ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਗੁਰੂ ਪਰਮੇਸ਼ਰ ਇੱਕੋ ਜਾਣ, ਗੁਰੂ ਪਰਮੇਸ਼ਰ ਦਾ ਰੂਪ ਹੈ ਅਤੇ ਪਰਮੇਸ਼ਰ ਦੇ ਗੁਣ ਗੁਰੂ ਸਾਹਿਬ ਜੀ ਬਾਣੀ ਵਿੱਚ ਵੀ ਕਹਿੰਦੇ ਨੇ ਕਿ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰ ਨ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਤੂੰ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ। ਧੰਨ ਗੁਰੂ ਅਮਰਦਾਸ ਜੀ ਤੇਰੇ ਗੁਣਾਂ ਦਾ ਸਾਰਿਆਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਬਣੇ ਬੰਦਨਾ ਪਦ ਅਰਬਿੰਦਾ, ਬੰਸ ਪ੍ਰਸ਼ਾਸਕ ਚੰਦ ਮਨਿੰਦਾ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਐਸੇ ਸਮਰੱਥ ਗੁਰੂ ਦੇ ਚਰਨਾਂ ਦੇ ਵਿੱਚ ਤੇ ਕੇਵਲ ਨਮਸਕਾਰ ਹੀ ਕਰਨੀ ਬਣਦੀ ਹੈ। ਉਹਨਾਂ ਦੇ ਚਰਨਾਂ ਵਿੱਚ ਮੇਰੀ ਨਮਸਕਾਰ ਹੈ। ਧਰ ਪ੍ਰਤੀਤ ਜੇ ਕਾਰ ਕਮਾਵੇਂ, ਭੁਗਤੁਰ ਮੁਕਤ ਮਜ਼ਦੂਰੀ ਪਾਵੇਂ। ਕਹਿੰਦੇ ਜਿਹੜੇ ਮਜ਼ਦੂਰ ਆ ਕੇ ਇੱਥੇ ਬੌਲੀ ਸਾਹਿਬ ਦੀ ਸੇਵਾ ਕਰਦੇ ਨੇ, ਉਹ ਤੇ ਮਜ਼ਦੂਰੀ 2 ਟਕੇ ਸ਼ਾਮ ਨੂੰ ਲੈ ਜਾਂਦੇ ਨੇ, ਪਰ ਜਿਹੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ, ਕਿਸੇ ਤਰ੍ਹਾਂ ਦੀ ਕਾਮਨਾ ਹੀ ਨਹੀਂ ਰੱਖਦੇ, ਮਜ਼ਦੂਰੀ ਗੁਰੂ ਸਾਹਿਬ ਜੀ ਉਹਨੂੰ ਵੀ ਦਿੰਦੇ ਨੇ, ਪਰ ਉਹ ਮਜ਼ਦੂਰੀ ਕੇਵਲ 2 ਟਕੇ ਨਹੀਂ। ਕਹਿੰਦੇ ਭੁਗਤ ਔਰ ਮੁਕਤ ਮਜ਼ਦੂਰੀ ਪਾਵੇ। ਗੁਰੂ ਸਾਹਿਬ ਜੀ ਉਹਨਾਂ ਨੂੰ ਭੁਗਤੀ ਅਤੇ ਮੁਕਤੀ ਦੋਵੇਂ ਦਾਤਾਂ ਬਖਸ਼ਦੇ ਨੇ, ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਕਰ ਦਿੰਦੇ ਨੇ। ਅਸ ਸਤਿਗੁਰ ਜਿਨ ਸੇਵਿਓ ਨਾਹੇ, ਜਨਮ ਬਾਦ ਤਿਨ ਕੋ ਜਗ ਮਾਹੇ। ਅਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸਾ ਸਮਰੱਥ ਗੁਰੂ, ਜਿਹਨੇ ਐਸੇ ਗੁਰੂ ਦੇ ਵੀ ਸਿਮਰਨ ਨਹੀਂ ਕੀਤੀ, ਸੇਵਾ ਨਹੀਂ ਕੀਤੀ, ਅਤੇ ਸੰਸਾਰ ਵਿੱਚ ਉਹਨਾਂ ਦਾ ਤੇ ਉਵੇਂ ਹੀ ਵਿਅਰਥ ਹੈ, ਜੀਵਨ ਹੀ ਵਿਅਰਥ ਹੈ। ਏਕ ਪਲਕ ਮੈਂ ਕਰੇ ਨਿਹਾਲ, ਕੋਟ ਜਨਮ ਕੋ ਕਾਟੇ ਕਾਲ। ਗੁਰੂ ਸਾਹਿਬ ਦੇ ਕਿਰਪਾ ਕਰ ਦੇਣ ਅਤੇ ਇੱਕ ਨਜ਼ਰ ਦੇ ਵਿੱਚ, ਇੱਕ ਪਲ ਦੇ ਵਿੱਚ ਨਿਹਾਲ ਕਰ ਦਿੰਦੇ ਨੇ, ਔਰ ਥੋੜ੍ਹੀ ਜਿਹੀ ਸੇਵਾ ਦਾ ਫਲ ਜਨਮ ਮਰਨ ਦੇ ਦੁੱਖ ਹੀ ਕੱਟ ਦਿੰਦੇ ਨੇ, ਜਿਹੜੇ ਸਭ ਤੋਂ ਵੱਡੇ ਦੁੱਖ ਮੰਨੇ ਗਏ ਨੇ। ਅਲਪ ਸੇਵ ਤੇ ਪਰਮ ਪ੍ਰਸੰਨ, ਕਰਤ ਸੁਰਣ ਤੇ ਵੀ ਬੜ ਧਨ। ਗੁਰੂ ਸਾਹਿਬ ਤੇ ਇੰਨੇ ਦਿਆਲੂ ਨੇ, ਥੋੜ੍ਹੀ ਜਿਹੀ ਕੋਈ ਸੇਵਾ ਮਨ ਦੇ ਨਾਲ ਕਰ ਲਵੇ, ਪਰ ਉਹ ਸੇਵਾ ਉਹ ਜਿਹੜੀ ਚਿੱਤ ਲਾ ਕੇ ਕੀਤੀ ਜਾਏ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਥੋੜ੍ਹੀ ਜਿਹੀ ਵੀ ਸੇਵਾ ਕਰੇ ਗੁਰੂ ਸਾਹਿਬ ਤੋਂ, ਥੋੜ੍ਹੀ ਸੇਵਾ ਤੋਂ ਬੜੇ ਪ੍ਰਸੰਨ ਹੋ ਜਾਂਦੇ ਨੇ ਕਿ ਅਲਪ ਸੇਵ ਤੇ ਪਰਮ ਪ੍ਰਸੰਨ, ਤੇ ਇੰਨੇ ਪ੍ਰਸੰਨ ਹੁੰਦੇ ਨੇ। ਕਰਤ ਸੁਰਨ ਤੇ ਵੀ ਬੜ ਧਨ, ਉਹ ਦੇਵਤਿਆਂ ਨਾਲੋਂ ਵੀ ਵੱਡੀ ਪਦਵੀ ਬਖਸ਼ ਦਿੰਦੇ ਨੇ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਆਸਾ ਕੀ ਵਾਰ ਦੇ ਵਿੱਚ ਵੀ ਕਹੇ ਕਿ ਗੁਰੂ ਨੂੰ ਆਮ ਮਨੁੱਖ ਤੋਂ, ਪਸ਼ੂ ਬਿਰਤੇ ਵਾਲੇ ਨੂੰ ਮਨੁੱਖ, ਤੇ ਮਨੁੱਖ ਨੂੰ ਦੇਵਤੇ ਬਣਾਉਣ ਲੱਗਿਆ ਸਮਾਂ ਨਹੀਂ ਲੱਗਦਾ। ਬਲਿਹਾਰੇ ਗੁਰੇ ਆਪਣੇ ਜੋ ਹਾੜੇ ਸਤਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਹੁਣ ਮਨੁੱਖ ਤੋਂ ਦੇਵਤੇ ਉਹਨੇ ਉੱਡਣ ਵਾਲੇ ਦੇਵਤੇ ਨਹੀਂ ਬਣਾ ਦਿੱਤਾ,
ਉਹਨਾਂ ਦੇ ਵਿੱਚ ਉਹ दैवी गुण भर ਦਿੱਤੇ। ਔਰ ਐਸਾ ਕਰਦਿਆਂ ਮੇਰੇ ਗੁਰੂ ਕੋ ਵਾਰ ਸਮਾਂ ਤੋਂ ਵੀ ਲੱਗਦਾ ਹੈ। ਕਹਿੰਦੇ ਗੁਰੂ ਸਾਹਿਬ ਜੀ ਤੁਰਤ ਉਸੇ ਵੇਲੇ ਦੇਵਤਿਆਂ ਨਾਲੋਂ ਵੱਡੀ ਪਦਵੀ ਬਖਸ਼ਦੇ ਨੇ। ਹਮ ਤੇ ਹੋਵੈ ਸਿੱਖ ਪਛਾਤੇ ਤਿਨ ਕੇ ਪ੍ਰੇਤ ਅਗਾਊ ਜਾਤੇ। ਤੇ ਸਤਿਗੁਰ ਤੇ ਇਹ ਕਹਿੰਦੇ ਨੇ ਵੀ ਜਿਹੜੇ ਸਾਡੇ ਬਾਅਦ ਵਿੱਚ ਵੀ ਸਿੱਖ ਹੋਣਗੇ ਉਹਨਾਂ ਦੀ ਪ੍ਰੀਤ ਅਸੀਂ ਪਹਿਲਾਂ ਹੀ ਜਾਣ ਲਈ ਹੈ। ਕਿਉਂਕਿ ਸਤਿਗੁਰੂ ਜੀ ਜਾਣਦੇ ਨੇ ਹਰ ਕਿਸੇ ਦੇ ਅੰਦਰ ਦੀ ਪ੍ਰੀਤ ਤੇ ਭਾਵਨਾ ਜਾਣਦੇ ਨੇ। ਜਿਹੜੇ ਹਜੇ ਸਿੱਖ ਬਣੇ ਵੀ ਨਹੀਂ ਉਹਨਾਂ ਦੇ ਅੰਦਰ ਦੇ ਪ੍ਰੀਤ ਵੀ ਜਾਣਦੇ ਨੇ ਕਿ ਜਦੋਂ ਉਹਨਾਂ ਦਾ ਸਮਾਂ ਆਉਣਾ ਹੈ, ਉਹਨਾਂ ਦੀ ਕਿਰਪਾ ਹੋਣੀ, ਉਹਨਾਂ ਨੂੰ ਸਿੱਖੀ ਨੂੰ ਧਾਰਨ ਕਰਨਾ, ਅੰਦਰ ਦੇ ਪ੍ਰੇਮ ਨੂੰ ਪਹਿਲੋਂ ਜਾਣਦੇ ਨੇ। ਪ੍ਰਾਪਤ ਹੋਏ ਕਲਿਆਣ ਮਹਾਨ ਤਿਨ ਹਿਤ ਬਾਪੇ ਰਚੀ ਸੁਜਾਨ। ਔਰ ਗੁਰੂ ਸਾਹਿਬ ਜੀ ਵਿਚਾਰ ਕਰਦੇ ਨੇ ਉਹ ਜਿਨ੍ਹਾਂ ਨੇ ਸਿੱਖ ਹਜੇ ਬਣਨਾ ਹੈ ਭਾਈ ਉਹਨਾਂ ਦਾ ਵੀ ਕਲਿਆਣ ਕਰਨਾ ਹੈ। ਇਸ ਵਾਸਤੇ ਇਹ ਸੋਹਣੀ ਬਾਉਲੀ ਜਿਹਨੂੰ ਤੀਰਥ ਕਿਹਾ ਗਿਆ ਕਿ ਸੋਹਣੇ ਤੀਰਥ ਦੀ ਗੁਰੂ ਸਾਹਿਬ ਜੀ ਰਚਨਾ ਕਰ ਰਹੇ ਨੇ। ਚਹੁ ਜੁਗ ਮੈਂ ਗੁਰ ਸਮ ਉਪਕਾਰੀ ਸੁਣਿਓ ਨਹੀਂ ਨਹਿ ਕਿਨਹੂ ਉਚਾਰੀ। ਤੇ ਸਿੱਖ ਆਪਸ ਵਿੱਚ ਗੱਲਾਂ ਕਰਕੇ ਕਹਿੰਦੇ ਨੇ ਜਿਨ੍ਹਾਂ ਦੀ ਕਿਰਪਾ ਹੋਈ ਕਿ ਮੇਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਵਰਗਾ ਪਰਉਪਕਾਰੀ ਚਾਰਾਂ ਯੁੱਗਾਂ ਦੇ ਵਿੱਚ ਵੇਖਿਆ ਤੇ ਕਿੱਥੇ ਸੁਣਿਆ ਵੀ ਕਦੇ ਨਹੀਂ ਸੀ ਕਿ ਇੰਨਾ ਪਰਉਪਕਾਰੀ ਵੀ ਹੁੰਦਾ ਹੈ। ਆਸ ਗੁਰ ਕੋ ਸਿਮਰੇ ਜੇ ਨਾਹੀ ਤਿਨ ਸਮ ਟੋਟਾ ਨਹਿ ਜਗ ਮਾਹੀ। ਤੇ ਐਸੇ ਗੁਰੂ ਦੀ ਵੀ ਸੇਵਾ ਤੇ ਸਿਮਰਨ ਕੋਈ ਨਾ ਕਰੇ ਤੇ ਸੰਸਾਰ ਵਿੱਚ ਫਿਰ ਇਸ ਤੋਂ ਘਾਟੇ ਵਾਲੀ ਹੋਰ ਗੱਲ ਕਿਹੜੀ ਹੈ? ਇਸ ਤੋਂ ਵੱਧ ਹੋਰ ਟੋਟਾ ਕਿਹੜਾ ਹੋਣਾ ਹੈ? ਪਰ ਮਨ ਜਿਹੜਾ ਹੈ ਇਹ ਅਕਸਰ ਉਲਟ ਪਾਸੇ ਚੱਲਦਾ। ਜਿੱਥੋਂ ਟੋਟਾ ਮਿਲਣਾ ਹੈ, ਜਿੱਥੋਂ ਨੁਕਸਾਨ ਹੋਣਾ ਉਧਰ ਨੂੰ ਜਾਂਦਾ ਦੌੜ ਕੇ। ਜੇ ਜਿਹੜੀ ਸੇਵਾ ਸਿਮਰਨ ਦੇ ਵਿੱਚੋਂ ਸਦੀਵੀ ਲਾਹਾ ਮਿਲਣਾ ਹੈ, ਸੁੱਖ ਮਿਲਣਾ, ਉਧਰ ਫਿਰ ਢਿਲਮਸ ਕਰਦਾ ਹੈ। ਜਿਹਨੂੰ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਵੀ ਕਹੇ ਨੇ ਮਨ ਨੂੰ ਸਮਝਾਉਂਦੇ ਆ ਕਿ ਲਾਹੇ ਕੋ ਤੂੰ ਢੀਲਾ ਢੀਲਾ ਟੋਟੇ ਕੋ ਬੇਗ ਧਾਇਆ। ਜਿਹੜੇ ਮਨ ਨੂੰ ਸਮਝਾਉਂਦੇ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ ਕਿ ਬੁਰੇ ਕਾਮ ਕੋ ਊਠ ਖੁੱਲੇਵਾ ਨਾਮ ਕੀ ਬੇੜਾ ਪੈ ਪੈ ਸੁਆ। ਰਾਤ ਭਾਵੇਂ 1-2 ਵਜੇ ਤੱਕ ਨਾ ਸੌਵੇਂ, ਔਰ ਜਦੋਂ ਸਿਮਰਨ ਦਾ ਸਮਾਂ ਜਦੋਂ ਕਿਤੇ ਘੜੀ ਬਹਿਣਾ ਪੈ ਜੇ ਫਿਰ ਉਸ ਵੇਲੇ ਕਹਿੰਦੇ ਕਿ ਹੁਣ ਨੀਂਦ ਆ ਗਈ। ਮਨ ਦੀ ਹਾਲਤ ਹੈ। ਅਸ ਗੁਰ ਸਿਮਰੇ ਜੇ ਨਾਹੀ ਤਿਨ ਸਮ ਟੋਟਾ ਨਹਿ ਜਗ ਮਾਹੀ। ਕਰੇ ਬਾਪ ਕਾ ਟਹਿਲ ਬਿਸਾਲਾ ਧਰੇ ਚੌਂਪ ਚਿੱਤ ਜੇ ਸਿੱਖ ਜਾਲਾ। ਜਿਹੜੇ ਭਾਵਨਾ ਵਾਲੇ ਸਿੱਖ ਨੇ ਫਿਰ ਉਹ ਇਸ ਬੌਲੇ ਸਾਹਿਬ ਦੇ ਸਤਿਕਾਰ ਸੇਵਾ ਨੂੰ ਬੜੇ ਪਿਆਰ ਦੇ ਨਾਲ ਇਸ ਸੇਵਾ ਨੂੰ ਕਰਦੇ ਨੇ। ਦਿਲ ਵਿੱਚ ਚਾਅ ਚੜਾ ਕੇ ਬੜੇ ਸ਼ੌਂਕ ਦੇ ਨਾਲ ਸੇਵਾ ਕਰਦੇ ਨੇ, ਰੱਦੋ ਬੱਦੀ ਨਹੀਂ। ਬਹੁਤ ਨਰਨ ਕੇ ਹੋਏ ਨਿਤ ਭੀਰ ਦੇਗ ਬਿਖੈ ਅਜ ਭੋਜਨ ਨੀਰ। ਸਿੱਖਾਂ ਦੀ ਕਿਉਂਕਿ ਕਾਰ ਸੇਵਾ ਚੱਲਦੀ ਹੈ, ਬਹੁਤ ਸਾਰੇ ਸਿੱਖਾਂ ਦੀ ਭੀੜ ਰੋਜ਼ ਹੀ ਲੱਗਦੀ ਹੈ। ਔਰ ਲੰਗਰ ਦੇ ਵਿੱਚ ਦੇਗ ਰੋਜ਼ ਹੀ ਚੱਲਦੀ ਹੈ। ਲੰਗਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੋਜ਼ ਹੀ ਚੱਲਦਾ ਹੈ। ਪਾਕ ਸਿੱਧ ਸਿੱਖ ਬਹੁਤੇ ਕਰੈ ਅਨ ਅਨੇਕ ਆਣ ਕਰ ਧਰੈ। ਔਰ ਜਿਹੜੇ ਸਿੱਖ ਨੇ ਕਈ ਸਿੱਖ ਬਹੁਤ ਸਾਰੇ ਸਿੱਖ ਲੰਗਰ ਤਿਆਰ ਕਰਨ ਵਿੱਚ ਸਾਰਾ ਦਿਨ ਲੱਗੇ ਰਹਿੰਦੇ ਨੇ ਕਿ ਸਿੱਖ ਸੰਗਤਾਂ ਘਰੋਂ ਅਨਾਜ ਲਿਆਉਂਦੀਆਂ ਨੇ, ਕੋਈ ਪੀ ਕੇ ਲਿਆਉਂਦੇ ਨੇ, ਆਟਾ ਲੈ ਕੇ ਆਉਂਦੇ ਨੇ, ਚੌਲ ਲੈ ਕੇ ਆਉਂਦੇ ਨੇ। ਪ੍ਰਾਤ ਹੇਤ ਨਿਸ ਰਾਖੈ ਨਾਹੀ ਲੇਹ ਤਿਤਕ ਜੇਤਕ ਨਰਖਾਹੀ। ਪਰ ਭਾਵੇਂ ਉੱਥੇ ਸੈਂਕੜੇ ਸਿੱਖ ਰੋਜ਼ ਸੇਵਾ ਕਰਦੇ ਨੇ, ਰੋਜ਼ ਮੇਲਾ ਹੀ ਲੱਗਿਆ ਰਹਿੰਦਾ ਹੈ, ਪਰ ਗੁਰੂ ਘਰ ਦੀ ਮਰਿਆਦਾ ਉਹੀ ਸੀ ਧੰਨ ਗੁਰੂ ਅਮਰਦਾਸ ਜੀ ਦੀ ਵੀ ਅਨਾਜ ਰਸਤ ਰੁਪਈਆ ਪੈਸਾ ਉਨਾ ਹੀ ਲੈਣਾ ਹੈ ਕਿ ਜਿੰਨਾ ਸ਼ਾਮ ਤੱਕ ਸਾਨੂੰ ਚਾਹੀਦਾ ਹੈ। ਤੇ ਜੇ ਬਚਿਆ ਹੋਇਆ ਲੰਗਰ ਵੀ ਬਚਦਾ ਸੀ ਸ਼ਾਮ ਨੂੰ ਉਹ ਸਾਰਾ ਭਾਵੇਂ ਪਸ਼ੂਆਂ ਨੂੰ ਪਾਉਣਾ ਪਏ, ਭਾਵੇਂ ਦਰਿਆ ਦੇ ਵਿੱਚ ਉਹ ਜਿਹੜੇ ਪਾਣੀ ਵਾਲੇ ਜੀਵ ਨੇ ਉਹਨਾਂ ਨੂੰ ਪਾਉਣਾ ਪਏ, ਪਰ ਰਾਤ ਨੂੰ ਬਚਾ ਕੇ ਨਹੀਂ ਰੱਖਣਾ, ਨਾ ਕੱਚਾ ਨਾ ਪੱਕਾ। ਇੱਥੋਂ ਤੱਕ ਕਿ ਮਰਿਆਦਾ ਸੀ ਪਾਣੀ ਵੀ ਨਹੀਂ ਰੱਖਣਾ, ਪਾਣੀ ਦਾ ਗਲਾਸ ਵੀ ਨਹੀਂ ਰੱਖਣਾ। ਪਾਣੀ ਵਾਲੇ ਭਾਂਡੇ ਵੀ ਸਾਰੇ ਸ਼ਾਮ ਨੂੰ ਰਾਤ ਨੂੰ ਮੁੱਦੇ ਕੀਤੇ ਜਾਂਦੇ ਸਨ।
ਭੋਜਨ ਹੋਏ ਹਜ਼ਾਰਨ ਕੇਰਾ, ਦੇਹ ਸਭਨ ਪਰ ਆਪ ਨ ਹੇਰਾ। ਕਹਿੰਦੇ ਗੁਰੂ ਘਰ ਦੇ ਵਿੱਚ ਹਜ਼ਾਰਾਂ ਸਿੱਖਾਂ ਦੀ ਸੰਗਤਾਂ ਲਈ ਰੋਜ਼ ਲੰਗਰ ਤਿਆਰ ਹੁੰਦਾ ਹੈ। ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਸਭ ਨੂੰ ਛਕਾਉਂਦੇ ਨੇ, ਪਰ ਆਪ ਉਹ ਜਿਹੜੇ ਸਵਾਦੇ ਭੋਜਨ ਨੇ, ਮਸਾਲਿਆਂ ਵਾਲੇ ਸੋਹਣੇ ਤੜਕੇ ਲੱਗੇ ਹੋਏ, ਉਹ ਭੋਜਨ ਆਪ ਨਹੀਂ ਛਕਦੇ। ਪ੍ਰਥਮ ਸਤਿਗੁਰ ਪੰਕਤ ਲਾਏ, ਲਵਣ ਬਹੇਨ ਉਗਰਾ ਖਾਏ। ਕਿਉਂਕਿ ਸਤਿਗੁਰੂ ਜੀ ਰਸਾ ਕਸਾ ਤੋਂ ਬਿਲਕੁਲ ਉੱਤੇ ਉੱਠੇ ਹੋਏ ਨੇ। ਪਹਿਲੀ ਪੰਗਤ ਜਦੋਂ ਸਵੇਰੇ ਲੰਗਰ ਤਿਆਰ ਹੁੰਦਾ, ਜਦੋਂ ਸ਼ੁਰੂ ਹੋਣਾ, ਪਹਿਲੀ ਪੰਗਤ ਵਿੱਚ ਗੁਰੂ ਸਾਹਿਬ ਜੀ ਬੈਠਦੇ ਨੇ। ਗੁਰੂ ਸਾਹਿਬ ਜੀ ਵਾਸਤੇ ਉਗਰਾ ਤਿਆਰ ਹੁੰਦਾ, ਔਰ ਬਿਨਾਂ ਲੂਣ ਤੋਂ ਦਲੀਆ ਜਾਂ ਖਿਚੜੀ ਜੋ ਵੀ ਕੁਝ ਤਿਆਰ ਹੋਣਾ, ਉਹਦੇ 'ਚ ਲੂਣ ਵੀ ਨਹੀਂ ਪਾਉਣਾ। ਔਰ ਇਹਦਾ ਭਾਵ ਅਰਥ ਇੱਕ ਤਾਂ ਇਹ ਸੀ ਕਿ ਸਿਹਤ ਵਾਸਤੇ ਠੀਕ ਰਹਿੰਦਾ ਹੈ, ਅਤੇ ਦੂਸਰਾ ਇਹ ਸੀ ਕਿ ਲੂਣ ਦੇ ਵਿੱਚ ਇੱਕ ਰਸ ਹੈ, ਲੂਣ ਰਸ ਹੈ, ਔਰ ਲੂਣ ਤੋਂ ਬਿਨਾਂ ਰਸ ਬਣਦਾ ਹੀ ਨਹੀਂ ਕਿਸੇ ਵੀ ਭੋਜਨ 'ਚ। ਕਿ ਇਹ ਰਸ ਨਹੀਂ ਲੈਣੇ, ਸਰੀਰ ਨੂੰ ਚਲਾਉਣ ਵਾਸਤੇ ਛਕਣਾ। ਗੁਰੂ ਸਾਹਿਬ ਜੀ ਆਪ ਇਵੇਂ ਦਾ ਸਾਦਾ ਬਿਨਾਂ ਲੂਣ ਤੋਂ ਭੋਜਨ ਇੱਕ ਵਕਤ ਛਕਦੇ ਸਨ। ਭੋਜਨ ਸੰਗਤ ਕੋ ਆਹਾਰ ਸਭ ਭਾਂਤ, ਸਵਾਦ ਸਰਸ ਹੋਏ ਪਹਿਤਰੋ ਭਾਤ। ਪਰ ਬਾਕੀ ਸੰਗਤ, ਕਿਉਂਕਿ ਸਾਰਿਆਂ ਨੇ ਜ਼ੋਰ ਵਾਲਾ ਕੰਮ ਕਰਨਾ ਹੁੰਦਾ ਸੀ, ਸੇਵਾ ਕਰਨੀ ਹੁੰਦੀ ਸੀ, ਸਾਰੇ ਤਰ੍ਹਾਂ ਦੇ ਸਵਾਦੇ ਅਤੇ ਇੱਕ ਤੋਂ ਵੱਧ ਸਵਾਦੇ ਜਿਹੜੇ ਭੋਜਨ ਬਣਦੇ ਸਨ। ਸੋਹਣੀ ਦਾਲ, ਸੋਹਣੇ ਚੌਲ, ਔਰ ਖੀਰ ਜਿਹੜੀ ਹੈ ਰੋਜ਼ ਬਣਨੀ ਹੈ, ਮਿੱਠਾ ਬਣਨਾ ਹੈ। ਅਪਰ ਸਲਵਣ ਅਨੇਕ ਪ੍ਰਕਾਰਾ, ਗੋਤਮ ਚੂਨ ਪਕਾਏ ਆਹਾਰਾ। ਹੋਰ ਕਿਹੜੇ ਸਲੂਣੇ ਪਦਾਰਥ ਵੀ ਬੜੇ ਬਣਦੇ ਸਨ, ਨਮਕੀਨ ਚੌਲ ਬਣ ਗਏ, ਕਈ ਤਰ੍ਹਾਂ ਦੇ ਹੋਰ ਪਦਾਰਥ ਬਣੇ। ਆਟਾ ਗੁੰਨ ਕੇ ਸੋਹਣੇ ਚੌਲ ਜਿਹੜੇ ਨੇ ਉਹ ਬਣਾਏ ਜਾਂਦੇ ਸਨ। ਕਿ ਭੋਜਨ ਗੁਰੂ ਕੇ ਸੰਗਤਾਂ ਨੇ ਛਕਣਾ ਹੈ, ਗੁਰੂ ਕੇ ਸਿੱਖ ਨੇ ਛਕਣਾ ਹੈ। ਲੰਗਰ ਫਿਰ ਸਵਾਦ ਕਿਉਂ ਨਾ ਹੋਵੇ। ਜਿੱਥੇ ਗੁਰੂ ਘਰ ਦੀਆਂ ਬਿਲਡਿੰਗਾਂ ਇੱਕ ਤੋਂ ਇੱਕ ਇਮਾਰਤ ਸੋਹਣੀਆਂ ਨੇ, ਇਮਾਰਤਾਂ ਸੋਹਣੀਆਂ ਨੇ, ਉੱਥੇ ਲੰਗਰ ਸੋਹਣਾ ਕਿਉਂ ਨਾ ਹੋਵੇ। ਸੁੰਦਰ ਮਦਰ ਬਣਾਵੇ ਕਿਤੋਂ, ਆਏ ਜਾਏ ਨਾਰ ਖਾਏ ਸਜਤੋਂ। ਅਤੇ ਦੂਸਰੀ ਗੱਲ ਇਹ ਸੀ, ਇੱਕ ਤਾਂ ਪਦਾਰਥ ਸੋਹਣੇ ਤਰੀਕੇ ਦੇ ਨਾਲ ਬਣਾਏ ਜਾਂਦੇ ਸਨ, ਅਤੇ ਜਿਹੜੇ ਬਣਾਉਣ ਵਾਲੇ ਸਨ ਉਹਨਾਂ ਦੇ ਅੰਦਰ ਵੀ ਸੋਹਣੇ ਸਨ। ਉਹ ਬਣਾਉਂਦੇ ਵੀ ਬੜੇ ਪ੍ਰੇਮ ਦੇ ਨਾਲ ਨੇ, ਕਿ ਆਉਣ ਜਾਣ ਵਾਲੇ ਭਾਵੇਂ ਸੇਵਾ ਨਹੀਂ ਵੀ ਕਰਦੇ, ਉੱਥੇ ਲੰਗਰ ਉਹ ਵੀ ਛਕਦੇ ਨੇ। ਬਰਤਨ ਲੱਗੇ ਦਿਵਸ ਮਧਿਆਨ, ਨਿਸ਼ਾ ਜਾਮ ਲੱਗ ਲੈ ਕੋ ਆਣ। ਦੁਪਹਿਰ ਵੇਲੇ ਤੋਂ ਲੰਗਰ ਵਰਤਣਾ ਸ਼ੁਰੂ ਹੁੰਦਾ ਸੀ, ਅਤੇ ਫਿਰ ਲਗਾਤਾਰ ਵਰਤਦਾ ਰਹਿੰਦਾ ਸੀ ਰਾਤ ਦੇ ਪਹਿਲੇ ਪਹਿਰ ਤੱਕ। ਮੰਨ ਲਓ ਕਿ 9 ਵਜੇ ਤੱਕ ਲੰਗਰ ਚੱਲਦਾ ਹੀ ਸੀ। ਕੋਈ ਨਾ ਅਟਕਾਵੇ ਤਹਿ ਜਾਤੇ, ਤ੍ਰਿਪਤ ਹੋਏ ਨਾਰ ਲੈ ਸਭ ਖਾਤੇ। ਔਰ ਲੰਗਰ ਦੇ ਵਿੱਚ ਆਉਣ ਜਾਣ ਲੱਗਿਆ ਕਿਸੇ ਨੂੰ ਕੋਈ ਟੋਕਦਾ ਰੋਕਦਾ ਨਹੀਂ ਸੀ। ਕਿ ਦੇਖੋ ਹੁਣ ਤਾਂ ਭਾਵੇਂ ਕਹਿ ਦਿੱਤਾ ਜਾਂਦਾ ਕਿ ਵਿਹਲੜ ਹੈ, ਇਹ ਰੋਜ਼ ਹੀ ਆ ਜਾਂਦਾ ਹੈ। ਔਰ ਕਈਆਂ ਥਾਵਾਂ 'ਤੇ ਦੇਖਣ ਨੂੰ ਮਿਲਦਾ, ਫਿਰ ਧੱਕੇ ਵੀ ਮਾਰ ਕੇ ਕੱਢਦੇ ਨੇ। ਕਿ ਗੁਰੂ ਕੇ ਸੰਗਤਾਂ ਦਾ ਇਹ ਹਿੱਸਾ ਹੈ, ਸੰਗਤਾਂ ਦੇ ਵਿੱਚ ਵਰਤਾਉਣਾ। ਕੋਈ ਰੋਜ਼ ਵੀ ਆ ਜਾਂਦਾ, ਕੋਈ ਨਹੀਂ। ਪਰ ਕਈ ਵਾਰੀ ਸਾਨੂੰ ਲੱਗਦਾ ਕਿ ਜਿਵੇਂ ਅਸੀਂ ਆਪ ਦੇ ਰਹੇ ਹਾਂ, ਅਸੀਂ ਆਪਣੇ ਕੋਲੋਂ ਕੁਝ ਛਕਾ ਰਹੇ ਹਾਂ। ਪਰ ਉੱਥੇ ਭਾਵੇਂ ਕੋਈ ਰੋਜ਼ ਆ ਕੇ ਛਕੇ, ਕੋਈ ਸੇਵਾ ਕਰੇ ਨਾ ਕਰੇ, ਲੰਗਰ 2 ਵਾਰੀ ਛਕੇ, 3 ਵਾਰੀ ਛਕੇ, ਕੋਈ ਨਹੀਂ ਸੀ ਰੋਕਦਾ। ਨਿਤ ਪ੍ਰਤ ਸਤਿਗੁਰੂ ਦੇਗ ਚਲਾਵੈ, ਹੋਏ ਸੁਦਾਤੁਰ ਸਭ ਕੋ ਖਾਵੈ। ਉਹ ਲੰਗਰ ਦਿਨ ਪ੍ਰਤੀ ਦਿਨ ਹਰ ਰੋਜ਼ ਇਸੇ ਤਰ੍ਹਾਂ ਚੱਲਦਾ ਸੀ। ਦੁਪਹਿਰ ਤੋਂ ਲੈ ਕੇ ਰਾਤ ਪਹਿਲੇ ਪਹਿਰ ਤੱਕ ਜਿੰਨੇ ਵੀ ਸਨ ਸਾਰੇ ਭੋਜਨ ਉੱਥੇ ਛਕਦੇ ਸਨ। ਚਾਹੇ ਕੋਈ ਦਿਹਾੜੀ ਲੈਣ ਵਾਲੇ ਸਨ, ਚਾਹੇ ਕੋਈ ਨਿਸ਼ਕਾਮ ਸੇਵਾ ਕਰਨ ਵਾਲੇ ਸਨ। ਕਾਰ ਕਰਹਿ ਬਾਪੇ ਨਰ ਜੇ, ਇੱਕ ਪੰਗਤ ਕਰ ਅਚਵੇਂ ਤੇ। ਜਿੰਨੇ ਵੀ ਬੋਲੀ ਸਾਹਿਬ ਦੀ ਕਾਰ ਸੇਵਾ ਕਰਦੇ ਸਨ, ਸਾਰੇ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਨੇ। ਜੁਗ ਤਨਿਆ ਸ੍ਰੀ ਗੁਰ ਕੇ ਹੁਤੇ, ਬੜ ਭਾਗਾ ਭਗਤਨ ਸੁਭ ਮਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀਆਂ 2 ਧੀਆਂ ਸਨ।
ਤੰਨਿਆ ਪੁੱਤਰੀਆਂ ਔਰ ਬੜੇ ਵੱਡੇ ਭਾਗਾਂ ਵਾਲੀਆਂ ਸਨ ਕਿ ਵਡਭਾਗਾ ਭਗਤਨ ਸ਼ੁਭਮਤੀ ਦੋਵਾਂ ਦੇ ਵਿੱਚ ਭਗਤੀ ਭਾਵਨਾ ਬੜੀ ਸੀ। ਔਰ ਨਾ ਆਪ ਜੀ ਜਾਣਦੇ ਹੋ, ਵੱਡੇ ਸਨ ਬੀਬੀ ਦਾਨੀ ਜੀ, ਛੋਟੇ ਸਨ ਬੀਬੀ ਭਾਨੀ ਜੀ। ਇੱਕ ਤੋਂ ਪਤ ਰਾਮਾ ਤਿਸ ਨਾਮਾ, ਰਾਮਦਾਸ ਦੂਸਰ ਅਬਿਰਾਮਾ। ਉਮਰ ਦੇ ਵਿੱਚ ਬੀਬੀ ਦਾਨੀ ਜੀ ਵੱਡੇ ਨੇ ਔਰ ਉਹਨਾਂ ਦੇ ਪਤੀ ਦਾ ਨਾਮ ਭਾਈ ਰਾਮਾ ਜੀ ਹੈ। ਦੂਸਰੇ ਬੀਬੀ ਭਾਨੀ ਜੀ ਨੇ ਤੇ ਉਹਨਾਂ ਦੇ ਪਤੀ ਦਾ ਨਾਮ ਜੀ ਜਾਣਦੇ ਹੋ, ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਹੈ। ਸਤਿਗੁਰ ਵਿਖੇ ਭਾਵਨਾ ਭਾਰੇ, ਸੇਵਾ ਕਰੇ ਅਨੇਕ ਪ੍ਰਕਾਰੇ। ਔਰ ਭਾਈ ਰਾਮਾ ਜੀ ਦੀ ਵੀ ਗੁਰੂ ਰਾਮਦਾਸ ਜੀ ਦੀ ਵੀ ਦੋਵਾਂ ਦੀ ਕਹਿੰਦੇ ਸਤਿਗੁਰੂ ਜੀ ਦੇ ਨਾਲ ਬੜੀ ਪ੍ਰੀਤ ਸੀ, ਬੜੇ ਪ੍ਰੇਮ ਦੇ ਨਾਲ ਦੋਵੇਂ ਕਾਰ ਸੇਵਾ ਕਰਦੇ ਸਨ। ਹੰਕਾਰ ਪਾਪ ਕਾ ਕੇ ਮਿਲ ਦੋ, ਕਰਤੇ ਆਪ ਕਰਾਵਤ ਸੋ। ਦੋਵੇਂ ਮਿਲ ਕੇ ਭਾਈ ਰਾਮਾ ਜੀ ਤੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਜਿੱਥੇ ਆਪ ਪ੍ਰੇਮ ਭਾਵਨਾ ਦੇ ਨਾਲ ਸੇਵਾ ਕਰਦੇ ਨੇ, ਉੱਥੇ ਦੂਸਰਿਆਂ ਨੂੰ ਹੱਲਾਸ਼ੇਰੀ ਦੇ ਕੇ ਕਿ ਚਲੋ ਭਾਈ ਚਲੋ ਭਾਈ, ਉਹ ਚੜ੍ਹਦੇ ਕਲਾ ਦੇ ਵਿੱਚ ਬੋਲਦੇ ਹੋਏ ਦੂਜਿਆਂ ਤੋਂ ਸੇਵਾ ਕਰਾਉਂਦੇ ਵੀ ਸਨ। ਰਾਮਦਾਸ ਜੀ ਸੰਝ ਸਵੇਰ, ਕਰੇ ਟੋਕਰੇ ਇੱਕ ਤਲ ਹੇਰ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹ ਸਵੇਰੇ ਤੇ ਸ਼ਾਮ ਦੋਵੇਂ ਟਾਈਮ, ਜਦੋਂ ਸਵੇਰੇ ਬੌਲੀ ਸਾਹਿਬ ਦੀ ਸੇਵਾ ਸ਼ੁਰੂ ਹੋਣੀ ਉਦੋਂ, ਤੇ ਜਦੋਂ ਸੇਵਾ ਦੀ ਸਮਾਪਤੀ ਹੋ ਜਾਣੀ, ਟੋਕਰੀਆਂ ਕਈਆਂ ਰੱਖ ਕੇ ਪ੍ਰਸ਼ਾਦਾ ਛਕਣ ਵਾਸਤੇ ਚਲੇ ਜਾਣਾ। ਘਰੋਂ ਘਰੇ ਲੋਕਾਂ ਨੇ ਚਲੇ ਜਾਣਾ, ਸੰਗਤਾਂ ਨੇ। ਕਹਿੰਦੇ ਉਦੋਂ ਧੰਨ ਗੁਰੂ ਰਾਮਦਾਸ ਜੀ ਕਰ ਕੇ ਕਾਰ ਅਪਰ ਹਟ ਜਾਏ, ਕਹੀ ਯਾਦ ਸਭ ਕਰ ਇੱਕ ਥਾਏ। ਕਾਰ ਸੇਵਾ ਕਰਕੇ ਉੱਥੇ ਕਈਆਂ ਤੇ ਟੋਕਰੀਆਂ ਛੱਡ ਜਾਂਦੇ ਸਨ ਤੇ ਧੰਨ ਗੁਰੂ ਰਾਮਦਾਸ ਜੋ ਸਾਰੀਆਂ ਟੋਕਰੀਆਂ ਇੱਕ ਥਾਂ ਤੇ ਇਕੱਠੀਆਂ ਕਰਕੇ ਰੱਖਣੀਆਂ, ਕਈਆਂ ਇੱਕ ਥਾਂ ਤੇ ਇਕੱਠੀਆਂ ਕਰਕੇ ਰੱਖਣੀਆਂ। ਧਰੇ ਸੰਭਾਰ ਸਗਲ ਪਹਚਾਤੇ, ਆਣ ਦੇਤ ਜਬ ਹੋਵਤ ਪ੍ਰਾਤੇ। ਗੁਰੂ ਸਾਹਿਬ ਜੀ ਧੰਨ ਗੁਰੂ ਰਾਮਦਾਸ ਜੀ ਸਾਰਾ ਸਮਾਨ ਸਾਂਭ ਕੇ ਇੱਕ ਥਾਂ ਤੇ ਰੱਖਦੇ ਸਨ। ਸਵੇਰੇ ਜਦੋਂ ਸੇਵਾ ਸ਼ੁਰੂ ਹੋਣੀ, ਫਿਰ ਗੁਰੂ ਸਾਹਿਬ ਨੂੰ ਉਹ ਸਾਰਿਆਂ ਨੂੰ ਲਿਆ ਕੇ ਫਿਰ ਉਸੇ ਤਰ੍ਹਾਂ ਕਈਆਂ ਤੇ ਟੋਕਰੀਆਂ ਦੇ ਦੇਣੀਆਂ। ਹੰਕਾਰੇ ਗਰ ਨਿਜ ਸਾਧਨ ਸਾਰੇ, ਤਿਸੇ ਰੇਤ ਤਿਨ ਕੋ ਸੰਭਾਰੇ। ਇਸੇ ਤਰੀਕੇ ਦੇ ਨਾਲ ਜਿਹੜੇ ਕਾਰੀਗਰ ਮਿਸਤਰੀ ਸਨ, ਉਹਨਾਂ ਦੇ ਸਾਰੇ ਸੰਦ ਵੀ ਧੰਨ ਗੁਰੂ ਰਾਮਦਾਸ ਜੀ ਸਾਂਭਦੇ ਸਨ। ਕੋਈ ਕਾਂਡੀ ਹੋ ਗਈ, ਤੇਸੀ ਹੋ ਗਈ, ਉਹਨਾਂ ਦਾ ਜਿੰਨਾ ਸਮਾਨ ਸੀ ਉਹ ਧੰਨ ਗੁਰੂ ਰਾਮਦਾਸ ਜੀ ਹੀ ਸਾਂਭ ਕੇ ਰੱਖਦੇ ਸਨ। ਅਤ ਪ੍ਰਤੇਤ ਅਤ ਪ੍ਰੀਤ ਧਰੰਤਾ, ਸ੍ਰੀ ਸਤਿਗੁਰ ਕੇ ਸੇਵ ਕਰੰਤਾ। ਧੰਨ ਗੁਰੂ ਰਾਮਦਾਸ ਜੀ ਅਤ ਦੇ ਪ੍ਰੀਤ ਵੀ ਰੱਖਦੇ ਨੇ ਧੰਨ ਗੁਰੂ ਅਮਰਦਾਸ ਜੀ ਤੇ, ਪ੍ਰਤੀਤ ਵੀ ਰੱਖਦੇ ਨੇ, ਪ੍ਰਤੀਤ ਭਰੋਸਾ ਤੇ ਸਤਿਗੁਰ ਦੀ ਸੇਵਾ ਭਾਵਨਾ ਦੇ ਨਾਲ ਕਰਦੇ ਨੇ। ਤੈਸੇ ਰਾਮਾ ਦੂਸਰ ਜੋਏ, ਕਾਰ ਬਾਪ ਕਾ ਲਾਗਿਓ ਸੋਏ। ਤੇ ਇਸੇ ਤਰ੍ਹਾਂ ਭਾਈ ਰਾਮਾ ਦੇ ਵੀ ਰਾਮਾ ਜੀ ਨੇ ਜਿਹੜੇ ਵੱਡੇ ਦਮਾਦ ਨੇ, ਕਾਰ ਸੇਵਾ ਦੇ ਵਿੱਚ ਉਹ ਵੀ ਘੱਟ ਨਹੀਂ। ਸੇਵਾ ਉਹ ਵੀ ਉਸੇ ਤਰ੍ਹਾਂ ਕਰਦੇ ਨੇ, ਹੁਕਮ ਹਰ ਤਰ੍ਹਾਂ ਉਹ ਵੀ ਉਸੇ ਤਰ੍ਹਾਂ ਹੀ ਮੰਨਦੇ ਨੇ। ਦੇਖਣ ਦੇ ਵਿੱਚ ਪਿਆਰ ਉਹਨਾਂ ਦਾ ਵੀ ਘੱਟ ਨਹੀਂ। ਕਰੇ ਆ ਪਿਆਰ ਕਹਿ ਕਹਾ ਕਰਾਵੇਂ, ਸੇਵਾ ਲੱਗਿਓ ਨਹੀਂ ਅਲਸਾਵੇਂ। ਭਾਈ ਰਾਮਾ ਜੀ ਵੀ ਆਪ ਸੇਵਾ ਕਰਦੇ ਨੇ, ਬੜੀ ਖੁਸ਼ੀ ਦੇ ਨਾਲ ਕਰਦੇ ਨੇ ਔਰ ਕਹਿ ਕੇ ਦੂਸਰਿਆਂ ਤੋਂ ਵੀ ਕਰਾਉਂਦੇ ਨੇ। ਸੇਵਾ ਕਰਨ ਲੱਗਿਆ ਭਾਈ ਰਾਮਾ ਜੀ ਵੀ ਆਲਸ ਬਿਲਕੁਲ ਨਹੀਂ ਕਰਦੇ ਕਿ ਮੈਂ ਦੂਸਰਿਆਂ ਤੋਂ ਕਰਾਵਾਂ ਤੇ ਆਪ ਨਾ ਕਰਾਂ। ਆਪ ਅੱਗੇ ਲੱਗਦੇ ਨੇ, ਹੱਲਾਸ਼ੇਰੀ ਦਿੰਦੇ ਨੇ, ਹੋਰਾਂ ਤੋਂ ਵੀ ਕਰਾਉਂਦੇ ਨੇ। ਦੋਨੋਂ ਪਾਰ ਸਤਿਗੁਰ ਹਿਤ ਕਰੈ, ਆਪਣੇ ਭਗਤ ਜਾਨ ਉਰ ਧਰੈ। ਔਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੋਵਾਂ ਨੂੰ ਪਿਆਰ ਕਰਦੇ ਨੇ। ਇਸ ਕਰਕੇ ਨਹੀਂ ਜਵਾਈ ਨੇ, ਇਸ ਕਰਕੇ ਕਿ ਸਿੱਖ ਨੇ, ਇਸ ਕਰਕੇ ਕਰਦੇ ਨੇ ਕਿ ਸੇਵਾਦਾਰ ਨੇ। ਤਿੰਨ ਦੋਨੋਂ ਕੋ ਦੇਖਤ ਸਾਰੇ, ਕਰੇ ਪਰਸ ਪਰ ਬਾਦ ਉਚਾਰੇ। ਹੁਣ ਇਹ ਬਾਹਰ ਦੀ ਸੇਵਾ ਫਿਰ ਜੇ ਕੋਈ ਕਰਦਾ ਹੋਵੇ ਦੇਖਦੇ ਤਾਂ ਸਾਰੇ ਨੇ, ਸਿੱਖ ਸੰਗਤਾਂ ਵੀ ਵੇਖਦੀਆਂ ਨੇ ਔਰ ਉਹਨਾਂ ਦੋਨਾਂ ਨੂੰ ਖਾਸ ਕਰਕੇ ਵੇਖਦੇ ਨੇ ਧੰਨ ਗੁਰੂ ਰਾਮਦਾਸ ਜੀ ਨੂੰ ਤੇ ਭਾਈ ਰਾਮਾ ਜੀ ਨੂੰ, ਤੇ ਫਿਰ ਆਪਸ ਵਿੱਚ ਗੱਲਾਂ ਬਾਤਾਂ ਵੀ ਕਰਦੇ ਨੇ। ਕੋ ਇੱਕ ਸਿੱਖ ਇਮ ਕਹਿ ਬਣਾਏ,
ਰਾਮੇ ਪਰ ਗੁਰ ਹਿਤ ਅਦਕਾਏ। ਕੋਈ ਸਿੱਖ ਆਪਸ ਵਿੱਚ ਕਹਿੰਦੇ ਨੇ ਕਿ ਜਿਹੜੇ ਸਤਿਗੁਰੂ ਜੀ ਦੇ ਵੱਡੇ ਜਵਾਈ ਨੇ ਭਾਈ ਰਾਮਾ ਜੀ, ਕਿ ਸੇਵਾ ਬੜੀ ਕਰਦੇ ਨੇ ਔਰ ਗੁਰੂ ਸਾਹਿਬ ਜੀ ਇਹਨਾਂ ਤੇ ਬਹੁਤੇ ਪ੍ਰਸੰਨ ਰਹਿੰਦੇ ਨੇ। ਨਿਜ ਗਾਦੇ ਪਰ ਦੇਹ ਬਿਠਾਈ, ਰਾਮਾ ਲਹੇ ਜਗਤ ਕੁਰਿਆਈ। ਤੇ ਆਪਸ ਵਿੱਚ ਸਿੱਖ ਗੱਲਾਂ ਕਰਦੇ ਨੇ ਕਿ ਜੇ ਗੁਰੂ ਸਾਹਿਬ ਜੀ ਇੰਨੇ ਪ੍ਰਸੰਨ ਰਹਿੰਦੇ ਨੇ ਭਾਈ ਰਾਮਾ ਜੀ ਤੇ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਧੰਨ ਗੁਰੂ ਅਮਰਦਾਸ ਜੀ ਆਪਣੀ ਥਾਂ ਤੇ ਗੁਰਤਾ ਗੱਦੀ ਦੀ ਵਡਿਆਈ ਜਿਹੜੀ ਉਹ ਭਾਈ ਰਾਮਾ ਜੀ ਨੂੰ ਦੇਣਗੇ। ਭਾਈ ਰਾਮਾ ਜੀ ਸਾਡੇ ਅਗਲੇ ਗੁਰੂ ਹੋਣਗੇ। ਨਿਸ ਦਿਨ ਆਇਸ ਵਿਖੇ ਚਲੰਤਾ, ਕਰਤ ਸੇਵਕੋ ਨਹਿ ਅਲਸੰਤਾ। ਕਿਉਂਕਿ ਭਾਈ ਰਾਮਾ ਜੀ ਦਿਨ ਰਾਤ ਹਰ ਵੇਲੇ ਗੁਰੂ ਸਾਹਿਬ ਦੇ ਹੁਕਮ ਵਿੱਚ ਚੱਲਦੇ ਨੇ ਔਰ ਸੇਵਾ ਕਰਦੇ ਕਦੇ ਨਹੀਂ ਵੇਖਿਆ ਕਿ ਉਹ ਮਾੜੇ ਮੋਟੇ ਕਿਤੇ ਢਿੱਲੇ ਹੁੰਦੇ ਹੋਣ, ਆਲਸ ਕਰਦੇ ਹੋਣ। ਆਲਸ ਤੇ ਕਰਦੇ ਹੀ ਨਹੀਂ। ਕੇਚਕ ਕਹਿ ਸਿੱਖ ਪਿਖ ਤੌਰ, ਰਾਮਦਾਸ ਪਾਵੇਂ ਗੁਰ ਠੌਰ। ਔਰ ਕਈ ਸਿੱਖ ਆਪਸ ਵਿੱਚ ਕਹਿੰਦੇ ਨਹੀਂ, ਜਦੋਂ ਵੇਖਦੇ ਨੇ ਧੰਨ ਗੁਰੂ ਰਾਮਦਾਸ ਜੀ ਸੇਵਾ ਕਰਦੇ ਨੇ, ਕਹਿੰਦੇ ਇਹ ਗੁਰਿਆਈ ਸ਼੍ਰੀ ਰਾਮਦਾਸ ਜੀ ਪਾਉਣਗੇ। ਇਨ ਪਰ ਗੁਰ ਕੇ ਖੁਸ਼ੀ ਕਨੇਰੇ, ਹਿਰਦੈ ਗਰੀਬੀ ਨਿਤ ਬਹੁ ਤੇਰੀ। ਉਹ ਸੇਵਾ ਦੇ ਨਾਲ ਨਾਲ ਅੰਦਰ ਦੀ ਗਰੀਬੀ ਵੀ ਵੇਖਦੇ ਨੇ। ਗਰੀਬੀ ਤੋਂ ਭਾਵ ਅੰਦਰ ਦੀ ਨਿਮਰਤਾ। ਇਹ ਗਰੀਬੀ ਪੈਸੇ ਵਾਲੀ ਨਹੀਂ। ਕਹਿੰਦੇ ਧੰਨ ਗੁਰੂ ਰਾਮਦਾਸ ਜੀ ਸੇਵਾ ਉਹ ਬਹੁਤੀ ਕਰਦੇ ਨੇ ਔਰ ਉਹਨਾਂ ਦੇ ਅੰਦਰ ਵੱਡੀ ਗੱਲ ਇਹ ਕਿ ਨਿਮਰਤਾ ਬਹੁਤੀ ਜਾਂਦੀ ਹੈ। ਆਪਾ ਕਬੂ ਜਨਾਵੈ ਨਾਹੀ, ਨਿਸ ਦਿਨ ਹਿਤ ਅਤ ਸੇਵਾ ਮਾਹੀ। ਕਿਉਂਕਿ ਧੰਨ ਸ਼੍ਰੀ ਰਾਮਦਾਸ ਜੀ ਕਦੇ ਵੀ ਆਪਣਾ ਆਪ ਨਹੀਂ ਜਨਮਦੇ। ਸਿੱਖਾਂ ਦੇ ਵਿੱਚ ਸੰਗਤਾਂ ਜੇ ਤਾਂ ਕਦੇ ਇਵੇਂ ਦਾ ਉਹਨਾਂ ਦਾ ਹਾਵ ਭਾਵ ਵੇਖੇ ਨਹੀਂ ਕਿ ਮੈਂ ਗੁਰੂ ਘਰ ਦਾ ਜਵਾਈ ਹਾਂ ਜਾਂ ਮੈਂ ਤੁਹਾਡੇ ਤੋਂ ਵੱਡਾ ਸੇਵਾਦਾਰ ਹਾਂ। ਇਵੇਂ ਦੀ ਭਾਵਨਾ ਉਹਨਾਂ ਦੇ ਅੰਦਰ ਕਦੇ ਆਈ ਨਹੀਂ। ਸਿੱਖ ਆਪਸ ਵਿੱਚ ਗੱਲਾਂ ਕਰਕੇ ਕਹਿੰਦੇ ਨੇ ਕਿ ਇਨ ਦਿਸ ਦਿਖ ਗੁਰ ਉਰ ਹਰਖੰ ਤੇ, ਸੇਵਾ ਕੇ ਬਸ ਬਿਰਧ ਧਰੰਤੇ। ਤੇ ਉਹ ਦੂਸਰੇ ਤਰ੍ਹਾਂ ਦੇ ਸਿੱਖ ਕਹਿੰਦੇ ਨੇ ਨਹੀਂ ਭਾਈ, ਗੁਰੂ ਰਾਮਦਾਸ ਜੀ ਵੱਲੇ ਧੰਨ ਗੁਰੂ ਅਮਰਦਾਸ ਜੀ ਜ਼ਿਆਦਾ ਪ੍ਰਸੰਨ ਹੁੰਦੇ ਨੇ ਵੇਖ ਕੇ ਕਿ ਧੰਨ ਗੁਰੂ ਰਾਮਦਾਸ ਜੀ ਭਾਵੇਂ ਸ਼ਬਦ ਉਦੋਂ ਗੁਰੂ ਨਹੀਂ ਵਰਤਦੇ ਹੋਣਗੇ ਕਿ ਸ਼੍ਰੀ ਰਾਮਦਾਸ ਜੀ ਦੀ ਸੇਵਾ ਤੇ ਗੁਰੂ ਸਾਹਿਬ ਜੀ ਧੰਨ ਗੁਰੂ ਅਮਰਦਾਸ ਜੀ ਬਹੁਤੇ ਪ੍ਰਸੰਨ ਹੁੰਦੇ ਨੇ। ਇਮ ਆਪਸ ਮਹਿ ਬਾਦਤ ਰਹੀ, ਦੋਨੋਂ ਦਿਸ ਕੇ ਹਿਤ ਕੇ ਕਹੀ। ਇਸ ਤਰ੍ਹਾਂ ਆਪਸ ਵਿੱਚ ਗੱਲਾਂ ਬਾਤਾਂ ਵੀ ਕਰਦੇ ਨੇ ਸਿੱਖ ਔਰ ਕਈ ਵਾਰੀ ਗੱਲਾਂ ਕਰਦੇ ਕਰਦੇ ਫਿਰ ਉਹ ਵਾਦ ਤੋਂ ਅੱਗੇ ਵਿਵਾਦ ਵੀ ਬਣ ਜਾਂਦਾ ਹੈ। ਵਿਵਾਦ ਹੋ ਜਿਹਦੇ ਵਿੱਚ ਬਹਿਸ ਹੀ ਹੋ ਜਾਏ ਕਿ ਨਹੀਂ ਤੈਨੂੰ ਜ਼ਿਆਦਾ ਪਤਾ ਮੈਨੂੰ ਜ਼ਿਆਦਾ ਪਤਾ ਹੈ। ਇਵੇਂ ਦੀਆਂ ਗੱਲਾਂ ਆਪਸ ਵਿੱਚ ਕਰਦੇ ਨੇ। ਤੋ ਬਹੁਤ ਜੇ ਸਿੱਖ ਮਹਾਨੇ, ਸਤਿਗੁਰ ਭੇਦ ਹਿਰਦੇ ਕੋ ਜਾਣੇ। ਪਰ ਜਿਹੜੇ ਮਹਾਨ ਸਿੱਖ ਨੇ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਪਾਰੂ ਜੀ ਵਰਗੇ, ਉਹ ਸਤਿਗੁਰੂ ਦੇ ਭੇਦ ਨੂੰ ਕੁਝ ਜਾਣਦੇ ਨੇ। ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਤੇ ਗੁਰੂ ਦੀ ਕਿਰਪਾ ਹੋਣੀ ਕਿੰਦੇ ਤੇ ਹੋ ਜਾਣੀ ਹੈ। ਉਹ ਇਹਨਾਂ ਵਾਦਾਂ ਵਿਵਾਦਾਂ ਦੇ ਵਿੱਚ ਪੈਂਦੇ ਨਹੀਂ। ਦੇਖ ਗਰੀਬੀ ਪ੍ਰੀਤ ਸੁਭਾਉ, ਕਰਨ ਪ੍ਰਤੀਤ ਧਰਨ ਉਰ ਭਾਉ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਗੁਰੂ ਸਾਹਿਬ ਜੀ ਹਮੇਸ਼ਾ ਹੀ ਗਰੀਬੀ ਭਾਵ ਪਹਿਲੂ ਵੇਖਦੇ ਨੇ, ਅੰਦਰ ਦੀ ਨਿਮਰਤਾ ਪਹਿਲੂ ਵੇਖਦੇ ਨੇ। ਉਰੇ ਤੇ ਪਾਵਨ ਬਚਨ ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਕਹੇ ਨੇ ਨਾ ਜੀ ਕਿ ਹੋਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਖਟਾਈ। ਜੇ ਥੋੜੀ ਜਿਹੀ ਵੀ ਕਣਕਾ ਜਿਹੀ ਅੰਦਰ ਹੋਮੇ ਆ ਗਈ ਤੇ ਇਹਦਾ ਮਤਲਬ ਫਿਰ ਨਾਮ ਦਾ ਵਸੇਬਾ ਪੂਰੀ ਤਰ੍ਹਾਂ ਹੋਇਆ ਨਹੀਂ। ਉਹ ਸਿੱਖ ਆਪਸ ਵਿੱਚ ਕਹਿੰਦੇ ਨੇ, ਜਿਹੜੇ ਜਾਣਦੇ ਨੇ ਉਹ ਕਹਿੰਦੇ ਨੇ ਕਿ ਗੁਰੂ ਸਾਹਿਬ ਜੀ ਤੇ ਗਰੀਬੀ ਭਾਵ ਵੇਖਦੇ ਨੇ, ਨਿਮਰਤਾ, ਕਰਨ ਪ੍ਰਤੀਤ, ਧਰਨ ਭਾਉ। ਨਿਮਰਤਾ, ਭਰੋਸਾ ਤੇ ਪਿਆਰ, ਗੁਰੂ ਸਾਹਿਬ ਜੀ ਤਿੰਨੇ ਚੀਜ਼ਾਂ ਵੇਖਦੇ ਨੇ। ਧੀਰਜ ਖਿਮਾ ਆਦਿ ਗੁਣ ਸਾਰੇ, ਜਿਨ ਤੇ ਗੁਰ ਪ੍ਰਸੰਨਤਾ ਧਾਰੇ। ਤੇ ਉਹ ਸਿੱਖ ਕਹਿੰਦੇ ਨੇ ਇਹ ਸਾਰੇ ਗੁਣ, ਗਰੀਬੀ, ਨਿਮਰਤਾ, ਪ੍ਰਤੀਤ, ਪਿਆਰ, ਧੀਰਜ ਤੇ ਖਿਮਾ, ਇਹ ਸਾਰੇ ਗੁਣ ਜੇ ਕਿਸੇ ਵਿੱਚ ਹੈ ਤਾਂ ਉਹ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਦੇ ਵਿੱਚ ਨੇ, ਸ਼੍ਰੀ ਰਾਮਦਾਸ ਜੀ ਦੇ ਵਿੱਚ ਨੇ।
ਕਿ ਜਿਨ੍ਹਾਂ ਨੂੰ ਵੇਖ ਕੇ ਗੁਰੂ ਅਮਰਦਾਸ ਜੀ ਸਾਨੂੰ ਲੱਗਦਾ ਕਿ ਬਹੁਤੇ ਪ੍ਰਸੰਨ ਹੁੰਦੇ ਨੇ। 100 ਲੱਖ ਰਾਮਦਾਸ ਮਹਿ ਆਛੇ, ਕਹੇ ਬਹੁਤ ਹੋਏ ਇਹ ਗੁਰ ਪਾਛੇ। ਉਹ ਜਿਹੜੇ ਕੁਝ ਭੇਦ ਨੂੰ ਜਾਣਦੇ ਨੇ, ਸਾਰੇ ਗੁਣ ਵੇਖ ਕੇ ਉਹ ਕਹਿੰਦੇ ਨੇ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਗੁਰਤਾ ਗੱਦੀ ਤੇ ਬੈਠੇਗਾ, ਵਡਿਆਈ ਮਿਲੇਗੀ ਤਾਂ ਉਹ ਸ਼੍ਰੀ ਰਾਮਦਾਸ ਜੀ ਨੂੰ ਮਿਲਣੀ ਹੈ। ਆਰ ਪ੍ਰਸੰਨਤਾ ਗੁਰ ਕੀ ਦੇਖੈ, ਇਨ ਪਦ ਸਦ ਹੀ ਹੋਤ ਵਸਿਖੈ। ਇਹ ਗੁਣ ਤੇ ਸ਼੍ਰੀ ਰਾਮਦਾਸ ਜੀ ਦੇ ਵਿੱਚ ਹੈ ਹੀ। ਗੁਰੂ ਸਿੱਖ ਕਹਿੰਦੇ ਨੇ ਜੇ ਗੁਰੂ ਸਾਹਿਬ ਦੀ ਪ੍ਰਸੰਨਤਾ ਵੇਖੀਏ ਨਾ ਤਾਂ ਉਹ ਸਦਾ ਹੀ ਪ੍ਰਸੰਨਤਾ ਸ਼੍ਰੀ ਰਾਮਦਾਸ ਜੀ ਤੇ ਰਹਿੰਦੇ, ਇੰਨੇ ਤੋਂ ਜ਼ਿਆਦਾ ਪ੍ਰਸੰਨ ਰਹਿੰਦੇ ਨੇ। ਅਸ ਅਨੁਮਾਨ ਕਰਤ ਸਿੱਖ ਬਰਿੰਦੇ, ਧਾਰਤ ਹਿਰਦੈ ਸੰਦੇਹ ਬਿਲੰਦੇ। ਇਸ ਤਰ੍ਹਾਂ ਸੰਗਤਾਂ ਆਪਸ ਵਿੱਚ ਮਿਲ ਕੇ ਗੱਲਾਂ ਬਾਤਾਂ ਕਰਦੇ, ਅੰਦਾਜ਼ੀ ਨੇ। ਅੰਦਾਜ਼ੇ ਆਮ ਲੋਕ ਆਪਾਂ ਲਾਈ ਲੈਂਦੇ, ਅੰਦਾਜ਼ੇ ਲਾਉਂਦੇ ਨੇ, ਅਨੁਮਾਨ ਲਾਉਂਦੇ ਨੇ। ਇੱਕ ਤਰ੍ਹਾਂ ਦਾ ਅੰਦਰ ਸੰਦੇਹ ਜਿਹਨੂੰ ਕਹਿੰਦੇ ਨੇ ਕਿ ਗੁਰੂ ਕੌਣ ਹੋਵੇਗਾ, ਇਵੇਂ ਦਾ ਸੰਦੇਹ ਵੀ ਸਿੱਖਾਂ ਦੇ ਅੰਦਰ ਆ ਗਿਆ। ਇੱਕ ਦਿਨ ਸਤਿਗੁਰ ਕੇ ਸਭ ਤੀਰ, ਦਰਸ਼ਨ ਕਰਤ ਭਈ ਸਿਖ ਪੀਰ। ਇੱਕ ਦਿਨ ਇਸੇ ਤਰ੍ਹਾਂ ਆਸਾ ਕੀ ਵਾਰ ਦਾ ਕੀਰਤਨ ਹੋਇਆ ਸਿੱਖਾਂ ਦੀ, ਸੰਗਤਾਂ ਦੇ ਦਰਸ਼ਨਾਂ ਦੇ ਵਾਸਤੇ ਭੀੜ ਲੱਗੀ ਹੈ ਤੇ ਕੁਝ ਸਿੱਖ ਜਿਹੜੇ ਨੇ ਗੁਰੂ ਸਾਹਿਬ ਦੇ ਨੇੜੇ ਪਹੁੰਚੇ ਨੇ। ਹੁਤੇ ਮੁਖਿਆਏ ਕੇਚਕ ਤਿਨ ਮਾਹੂ, ਸੋ ਬੋਲੇ ਸ੍ਰੀ ਸਤਿਗੁਰੂ ਪਾਹੂ। ਉਹਨਾਂ ਵਿੱਚੋਂ ਕੁਝ ਮੁਖੀ ਸਿੱਖ ਸਨ, ਔਰ ਮੁਖੀ ਕੇ ਜਿਹੜੇ ਗੁਰੂ ਸਾਹਿਬ ਜੀ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਵੀ ਕਰ ਲੈਂਦੇ ਸਨ, ਆਗੂ ਕੇ ਅੱਗੇ ਹੋ ਕੇ ਸੇਵਾ ਕਰਦੇ ਵੀ ਸਨ, ਕਰਾਉਂਦੇ ਵੀ ਸਨ। ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਕੇ ਸਵਾਲ ਪੁੱਛ ਲਿਆ। ਹਾਥ ਜੋੜ ਕਰ ਬਿਨਤੀ ਠਾਨੀ, ਸਰਬੱਗ ਆਪ ਸਦਾ ਗੁਣ ਖਾਨੀ। ਹੱਥ ਜੋੜ ਕੇ ਬੇਨਤੀ ਕਰਦੇ ਨੇ, ਸਤਿਗੁਰੂ ਜੀ ਤੁਸੀਂ ਤੇ ਸਦਾ ਹੀ ਸਰਬੱਗ ਹੋ, ਸਮਰੱਥ ਹੋ, ਤੁਸੀਂ ਤੇ ਗੁਣਾਂ ਦੀ ਖਾਣ ਹੋ। ਕਹਿ ਸੋ ਨਹੀਂ ਸਨੇਹ ਤੁਮਾਰਾ, ਕੇਵਲ ਸੇਵਕ ਬਸ ਅਨੁਸਾਰਾ। ਕਿ ਸਤਿਗੁਰੂ ਜੀ ਤੁਹਾਡਾ ਵਿਸ਼ੇਸ਼ ਤੌਰ ਤੇ ਕਿਸੇ ਨਾਲ ਖਾਸ ਸਨੇਹ ਨਹੀਂ, ਜੇ ਸਨੇਹ ਹੈ ਤਾਂ ਸਾਰਿਆਂ ਦੇ ਨਾਲ ਬਰਾਬਰ ਹੈ। ਗੁਰੂ ਸਾਹਿਬ ਨੇ ਪਾਵਨ ਬਚਨ ਬਾਣੀ ਦੇ ਵਿੱਚ ਕਹੇ ਵੀ ਨੇ, ਗੁਰ ਸਿੱਖਾਂ ਇੱਕੋ ਪਿਆਰ ਹੈ, ਗੁਰੂ ਸਿੱਖਾਂ ਇੱਕੋ ਪਿਆਰ ਹੈ। ਤੇ ਉਹ ਭਾਵੇਂ ਪੁੱਤਰ ਹੋਵੇ, ਭਾਵੇਂ ਭਰਾ ਹੋਵੇ ਤੇ ਭਾਵੇਂ ਸਿੱਖ ਹੋਵੇ, ਗੁਰ ਸਿੱਖਾਂ ਇੱਕੋ ਪਿਆਰ ਹੈ। ਗੁਰਮਿੱਤਾਂ ਪੁੱਤਾਂ ਭਾਈਆਂ, ਪੁੱਤਰਾਂ ਨਾਲ, ਮਿੱਤਰਾਂ ਨਾਲ, ਭਰਾਵਾਂ ਨਾਲ ਜੇ ਪਿਆਰ ਦੀ ਗੱਲ ਕਰੀਏ ਤਾਂ ਇੱਕੋ ਜਿਹਾ ਹੈ। ਔਰ ਸਿੱਖ ਸਮਝਦਾਰ ਸਨ, ਹੱਥ ਜੋੜ ਕੇ ਕਹਿੰਦੇ ਨੇ ਕਿ ਤੁਹਾਡਾ ਕਿਸੇ ਨਾਲ ਵਿਸ਼ੇਸ਼ ਤੌਰ 'ਤੇ ਸਨੇਹ ਨਹੀਂ, ਸਾਰਿਆਂ ਨਾਲ ਹੈ ਤੇ ਬਰਾਬਰ ਹੀ। ਸ੍ਰੀ ਨਾਨਕ ਤਜ ਸਤਿਗੁਣ ਖਾਨੀ, ਦਾਸ ਬਿਠਾਇਓ ਆਪਣੇ ਸਥਾਨੀ। ਪਰ ਤੁਹਾਡਾ ਆਪਣੇ ਸੇਵਕਾਂ ਨਾਲ ਕੁਝ ਜ਼ਿਆਦਾ ਲਗਾਵ ਰਹਿੰਦਾ ਹੈ। ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਇਹ ਤਾਂ ਸੁਭਾਵਿਕ ਹੈ, ਫਿਰ ਤੁਸੀਂ ਉਹਨਾਂ ਨੂੰ ਬਹੁਤਾ ਪਿਆਰ ਕਰਦੇ ਹੋ। ਕਿ ਜਿਵੇਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੀ ਥਾਂ 'ਤੇ ਆਪਣੇ ਸੇਵਕ ਨੂੰ ਗੁਰਤਾ ਗੱਦੀ 'ਤੇ ਬਿਠਾਇਆ ਸੀ। ਤਿਮ ਸ੍ਰੀ ਅੰਗਤ ਬਸ ਹੈ ਸੇਵਾ, ਤੁਮੇ ਬਿਠਾਇਓ ਜਗ ਗੁਰੂ ਦੇਵਾ। ਇਸੇ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਜੀ, ਜੇ ਉਹਨਾਂ ਦੇ ਪੁੱਤਰਾਂ ਨੇ ਸਤਿਗੁਰੂ ਦੇ ਹੁਕਮ ਨੂੰ, ਭਾਣੇ ਨੂੰ ਨਹੀਂ ਮੰਨਿਆ ਤੇ ਉਹਨਾਂ ਨੂੰ ਛੱਡ ਕੇ ਆਪ ਜੀ ਨੂੰ ਗੁਰਤਾ ਗੱਦੀ 'ਤੇ ਬਿਠਾਇਆ, ਕਿਉਂਕਿ ਆਪ ਜੀ ਨੇ ਸੇਵਾ ਕੀਤੀ, ਭਾਣਾ ਮੰਨਿਆ। ਨਿਜ ਅਨੁਸਾਰ ਪੁੱਤਰ ਨਹਿ ਜਾਣੇ, ਅਜਰ ਜਰਨ ਗੁਣਹੀਨ ਪਛਾਨੇ। ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਆਪਣੇ ਅਨੁਸਾਰ ਜਦੋਂ ਨਹੀਂ ਜਾਣਿਆ ਕਿ ਇਹ ਨਾ ਜਰੇ ਜਾਣ ਵਾਲੇ ਨੂੰ ਤੇ ਜਾ ਨਹੀਂ ਸਕਦੇ, ਇਹ ਅੰਦਰ ਦੇ ਹੋਲੇ ਨੇ। ਤਿਮ ਸੁਭਾਵ ਰਾਵਰ ਕੋ ਜਾਣਿਓ, ਦਾਸਨ ਕੇ ਬਸੇ ਪ੍ਰਣ ਠਾਨਿਓ। ਤੇ ਸਿੱਖ ਕਹਿੰਦੇ ਨੇ ਸਤਿਗੁਰੂ ਜੀ ਇਸੇ ਤਰ੍ਹਾਂ ਦਾ ਸੁਭਾਅ ਆਪ ਜੀ ਦਾ ਸਾਨੂੰ ਜਿੱਥੋਂ ਤੱਕ ਅਸੀਂ ਜਾਣੇ ਇਸੇ ਤਰ੍ਹਾਂ ਦਾ ਸੁਭਾਅ ਹੈ ਕਿ ਆਪ ਜੀ ਸੇਵਾਦਾਰਾਂ ਦੇ, ਸੇਵਕਾਂ ਦੇ, ਆਪਣੇ ਸਿੱਖਾਂ ਦੇ ਪਿਆਰ ਦੇ ਵਸ ਵਿੱਚ ਰਹਿੰਦੇ ਹੋ। ਸਾ ਕੇ ਆਪ ਕੇ ਦੋਨੋਂ ਜੇ, ਸੇਵਕ ਵੀ ਵਿਸਾਲ ਹੈ ਤੇਈ। ਸਿੱਖ ਕਹਿੰਦੇ ਨੇ ਸਤਿਗੁਰੂ ਜੀ ਸਾਕ ਦੇ ਵਿੱਚ ਵੀ, ਰਿਸ਼ਤੇਦਾਰੀ ਦੇ ਵਿੱਚ ਵੀ ਆਪ ਜੀ ਦੇ ਦੋਵੇਂ ਇਹ ਜਵਾਈ ਨੇ। ਔਰ ਜੇ ਸੇਵਾਦਾਰਾਂ ਦੇ ਵੱਲੋਂ ਵੇਖੀਏ ਤਾਂ ਸੇਵਾਦਾਰਾਂ ਦੇ ਵਿੱਚੋਂ ਵੀ ਸਭ ਤੋਂ ਵੱਡੇ ਸੇਵਾਦਾਰ ਨੇ।
देखो सेवादार का अर्थ की होंगे, सीधे अर्थ करने हों तो नौकर होंगे ना जी। सेवादार सीधे अखर करने हों तो नौकर होंगे। आप कह भावें देने कि सारे असी सेवादार हैं, पर हकीकत यह है कि मनने लिए तैयार नहीं। जे शब्द सीधा वरत्या जाए कि नौकर भावें तनख्वाह लेना तो भावें नहीं, मनने लिए तैयार नहीं। पर वो सचमुच सेवादार ने। सेवादार का तो जोड़ा काम ही हुक्म मनना है। हुण सतगुरु जी कृपा करते हैं, ये सवाल सिखा ने किया है तो कुछ सवाल अगे होर करनगे गुरु साहब ने, जिवें कि इन्हां सवालों के जवाब देने ने, वो आपां कल विचारांगे। होईयां भुल्लां दी खिमा। अज सतगुरु धन गुरु अंगद देव महाराज जी का प्रकाश दिहाड़ा है। सवेरे विचारां कीतियां सन। आप सारी सिख संगत नूं लख लख वधाई। आओ 1-2 मिनट रसना दे नाल हाजरी लवाइए, फिर समाप्ति है जी। वाहेगुरु 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 वाहेगुरु। वाहेगुरु वाहेगुरु वाहे